ਸਿੰਸ ਟਾਈਮ ਇਮੈਮੋਰੀਅਲ ਸ਼ੁਰੂ ਤੋਂ ਹੀ ਆਦਿ ਕਾਲ ਤੋਂ ਹੀ ਬੰਦਾ ਨਾ ਅੱਗ ਤੋਂ ਡਰਦਾ ਆ। ਅੱਗ which can destroy life, which can destroy property, which can destroy vast amount of forest, ਜੰਗਲਾਂ ਨੂੰ ਸਾੜ ਦਿੰਦੀ ਹੈ, property ਨੂੰ, ਹਰ ਚੀਜ਼ ਨੂੰ ਖ਼ਤਮ ਕਰ ਸਕਦੀ ਹੈ। ਐਂਡ ਇਟਸ ਅਬਾਊਟ ਮਿਲੀਅਨ ਈਅਰਸ ਅਗੋ ਜਦੋਂ ਬੰਦੇ ਨੇ ਅੱਗ ਦੇ ਉੱਤੇ ਕੰਟਰੋਲ ਪਾ ਲਿਆ, when we learned how to control fire, and then we started using that fire in almost hundred and thousands of our daily activities। ਅਸੀਂ ਯੂਜ਼ ਕਰਦੇ ਹਾਂ ਉਸ ਫਾਇਰ ਨੂੰ, ਉਸ ਅੱਗ ਨੂੰ। ਜਦੋਂ ਅੱਗ ਕੰਟਰੋਲ ਵਿੱਚ ਹੁੰਦੀ ਹੈ ਨਾ, ਇਟ ਕੈਨ ਸਰਵ ਆਲ ਆਵਰ ਪਰਪਸਿਸ। ਉਹ ਸਾਡੇ ਬਹੁਤ ਸਾਰੇ ਪਰਪਸ ਸੋਲਵ ਕਰਦੀ ਆ, ਬੜੇ ਸਾਰੇ ਕੰਮ ਸਾਡੇ ਅੱਗ ਨਾਲ ਹੁੰਦੇ ਆ। ਅਸੀਂ ਰੋਜ਼ ਦੇਖਦੇ ਕਿੰਨਾ ਕੁਛ, ਵੈਦਰ ਇਟ ਬੀ ਕੁਕਿੰਗ ਔਰ ਸਮ ਅਦਰ ਥਿੰਗਸ, ਵੈਲਡਿੰਗ ਤੋਂ ਲੈ ਕੇ ਅੱਜ ਕੱਲ੍ਹ ਕਿੰਨਾ ਕੁਝ ਜਿਹੜਾ ਹੈ ਉਹ ਅੱਗ ਨਾਲ ਹੁੰਦਾ ਹੈ। ਬਟ ਜਦੋਂ ਅੱਗ ਅਨਕੰਟਰੋਲ ਹੋ ਜਾਏ ਨਾ, ਅਨਕੰਟਰੋਲਡ ਫਾਇਰ, ਉਹਦੀ ਇੰਨੀ ਜ਼ਿਆਦਾ ਪਾਵਰ ਹੈ ਨਾ, ਉਹਦੀ ਇੰਨੀ ਜ਼ਿਆਦਾ ਉਹਦੀ ਸ਼ਕਤੀ ਹੈ ਕਿ ਇਟ ਕੈਨ ਡਿਸਟਰੋਏ ਐਵਰੀਥਿੰਗ ਵਿਚ ਕਮਸ ਇਨ ਟੂ ਇਟਸ ਵੇ। ਜੋ ਕੁਝ ਵੀ ਰਾਹ ਵਿੱਚ ਆਏ ਉਹਨੂੰ ਸਭ ਨੂੰ ਖ਼ਤਮ ਕਰ ਜਾਂਦੀ ਹੈ। ਪਰ ਨਾ ਗੁਰਬਾਣੀ ਇੱਕ ਹੋਰ ਅੱਗ ਦੀ ਗੱਲ ਕਰਦੀ ਹੈ। ਇਹ ਤਾਂ ਬਾਹਰ ਦੀ ਅੱਗ ਹੈ, we have learned it how to control, but again that same fire outside, it teaches a very very important lesson in our lives ਕਿ ਬਾਹਰ ਦੀ ਅੱਗ ਵੀ ਜਦੋਂ ਤੱਕ ਕੰਟਰੋਲਡ ਹੈ ਨਾ, ਉਦੋਂ ਤੱਕ ਸਾਡੇ ਕੰਮ ਆਉਂਦੀ ਹੈ। ਅਨਕੰਟਰੋਲਡ ਜਿਹੜੀ ਫਾਇਰ ਹੈ ਉਹ ਸਭ ਕੁਝ ਖਰਾਬ ਕਰ ਦਿੰਦੀ ਹੈ, ਖ਼ਤਮ ਕਰ ਦਿੰਦੀ ਹੈ। ਸਿਮਿਲਰਲੀ ਦਿਸ ਅ ਫਾਇਰ ਵਿਦਿਨ। ਬਾਬਾ ਫਰੀਦ ਜੀ ਦਾ ਤੀਸਰਾ ਸ਼ਲੋਕ ਜਿਹੜਾ ਬੜਾ ਹੀ ਇੰਪੋਰਟੈਂਟ ਹੈ ਇਸ ਆਸਪੈਕਟ ਬਾਰੇ। ਐਂਡ ਹੀ ਸੇਜ਼, ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਗੁੱਜੀ ਪਾਹੇ, ਸਾਈਂ ਮੇਰੇ ਚੰਗਾ ਕੀਤਾ ਨਾਹੀਂ ਤਾਂ ਹਮ ਵੀ ਦੱਜਾਂ ਆਏ। ਦਿਸ ਹੋਲ ਵਰਲਡ, ਹੁਣ ਜਦੋਂ ਅਸੀਂ ਲਿਟਰਲ ਟਰਾਂਸਲੇਸ਼ਨ ਕਰਦੇ ਹਾਂ ਨਾ ਗੁਰਬਾਣੀ ਦੀ, ਵੀ ਫੇਲ ਮੈਨੀ ਟਾਈਮਸ। ਦੁਨੀਆ ਗੁੱਜੀ ਪਾਏ, ਦਿਸ ਵਰਲਡ ਇਜ਼ ਅ ਹਿਡਨ ਫਾਇਰ। ਹੀ ਇਜ਼ ਨਾਟ ਟਾਕਿੰਗ ਅਬਾਊਟ ਦ ਵਰਲਡ ਇਟਸੈਲਫ ਕਿ ਸਾਰੀ ਅੱਗ ਜੋ ਵੀ ਕੁਛ ਹੈਗਾ, ਜੋ ਮੇਰੇ ਆਸ ਪਾਸ ਦੋਸਤ ਮਿੱਤਰ ਨੇ ਇਹ ਵੀ ਅੱਗ ਨੇ, ਮਾਈ ਰਿਲੇਟਿਵਸ ਦੇ ਆਰ ਫਾਇਰ, ਨਹੀਂ। the desires of material comforts, the desire of getting something out of outer things, ਬਾਹਰਲੀਆਂ ਚੀਜ਼ਾਂ, ਬਾਹਰਲੀ ਦੁਨੀਆ ਜਿਹੜੀ ਹੈ, ਮੈਨੂੰ ਇਹਦੇ 'ਚੋਂ ਸੁੱਖ ਮਿਲ ਜਾਣਗੇ, ਇਹ ਜਿਹੜੀ ਆਸ ਹੈ ਨਾ, ਇਹ ਜਿਹੜੀ ਅੱਗ ਹੈ, ਤ੍ਰਿਸ਼ਨਾ, ਇਹ ਸਾੜਦੀ ਹੈ। ਇਹਦੇ ਵਿੱਚ ਬੰਦੇ ਨੂੰ ਕੁਝ ਵੀ ਬੁੱਝਦਾ ਨਹੀਂ। ਬੁੱਝਦਾ ਮੀਨਸ ਵੀ ਕਾਂਟ ਅੰਡਰਸਟੈਂਡ ਇਟ, ਕਿਜ ਨਾ ਸੁਝੈ, ਸਾਨੂੰ ਸਮਝ ਹੀ ਨਹੀਂ ਆਉਂਦੀ। ਜਦੋਂ ਇਸ ਅੱਗ ਦੇ ਹਵਾਲੇ ਅਸੀਂ ਹੋ ਜਾਂਦੇ ਹਾਂ ਕਿ ਮੈਨੂੰ ਬਾਹਰਲੀਆਂ ਚੀਜ਼ਾਂ ਵਿੱਚੋਂ ਸੁੱਖ ਮਿਲਣਗੇ, ਭਾਵੇਂ ਉਹ ਪੈਸਾ ਹੈ, ਭਾਵੇਂ ਲੋਕ ਨੇ, ਵੈਦਰ ਇਟਸ ਥਿੰਗਸ, ਪੀਪਲ ਔਰ ਸਰਕਮਸਟਾਂਸਿਸ, ਜਦੋਂ ਅਸੀਂ ਉਹਨਾਂ ਦੇ ਹਵਾਲੇ ਆਪਣੇ ਆਪ ਨੂੰ ਕਰ ਲੈਂਦੇ ਨਾ, ਫਿਰ ਕੀ ਹੁੰਦਾ ਕਿ ਅਸੀਂ ਅੰਦਰੋਂ ਸੜਨ ਲੱਗ ਜਾਂਦੇ ਹਾਂ, ਅੰਦਰ ਵਿਕਾਰ ਆਉਂਦੇ ਨੇ, ਫਿਰ ਕੁਝ ਸਮਝ ਨਹੀਂ ਪੈਂਦੀ। ਗੁਰਬਾਣੀ ਵਿੱਚ ਗੁਰੂ ਅਰਜਨ ਪਾਤਸ਼ਾਹ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਅਸੀਂ ਇਸ ਤ੍ਰਿਸ਼ਨਾ, ਲਾਲਚ ਦੇ ਅਧੀਨ ਹੋ ਜਾਂਦੇ ਹਾਂ ਨਾ, ਫਿਰ ਬੰਦਾ ਦੋਸਤਾਂ ਨੂੰ ਵੀ ਠੱਗਦਾ ਹੈ, ਹੀ ਕੈਨ ਚੀਟ ਹਿਜ਼ ਫਰੈਂਡਸ, ਰਿਲੇਟਿਵਸ, ਇੱਥੋਂ ਤੱਕ ਕਿ ਆਪਣੇ ਪੇਰੈਂਟਸ ਨੂੰ ਵੀ ਠੱਗਦਾ ਕਿ ਨਹੀਂ, ਬੜੀ ਵਾਰ ਲੁੱਟ ਲੈਂਦੇ ਨੇ। ਫਿਰ ਉਹ ਰੱਬ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰਦਾ ਹੈ, ਔਰ ਹਮੇਸ਼ਾ ਦੇਖੋ ਕਰਦਾ ਆ। almost all kind of religious places are flooded with these kind of people who are doing all kind of evil deeds। ਭਾਵੇਂ ਜਿਹੜਾ ਮਰਜ਼ੀ ਧਰਮ ਸਥਾਨ ਦੇਖ ਲਓ, ਗੁਰਦੁਆਰੇ ਦੇਖੋ, ਮੰਦਰ ਮਸੀਤ ਦੇਖੋ, ਐਸੇ ਲੋਕਾਂ ਨਾਲ ਭਰੇ ਹੋਏ ਨੇ ਜਿਹੜੇ ਬਾਹਰ ਕੁਕਰਮ ਕਰਕੇ ਆਏ ਨੇ, ਮਾੜੇ ਭੈੜੇ ਕੰਮ ਕਰਕੇ ਆਏ ਨੇ, ਅਤੇ ਇੱਥੇ ਆ ਕੇ ਕਹਿੰਦੇ ਅਸੀਂ ਇਹ ਵਾਲੀ ਪੂਜਾ ਜਾਂ ਇਹ ਵਾਲਾ ਪਾਠ ਕਰ ਲਈਏ ਤਾਂ ਸਭ ਕੁਝ ਠੀਕ ਹੋ ਜਾਏ। ਸੱਜਣ ਠੱਗ ਵਾਂਗ। ਹਜੇ ਸੱਜਣ ਨੇ ਤਾਂ ਗੁਰੂ ਦੀ ਗੱਲ ਸੁਣ ਲਈ ਸੀ। ਖੈਰ, ਬਾਬਾ ਫਰੀਦ ਜੀ ਕਹਿੰਦੇ ਕਿਜ ਨਾ ਬੁੱਝੈ। ਦ ਪ੍ਰੋਬਲਮ ਲਾਈਜ਼ ਹੇਅਰ ਕਿ ਉਹ ਜਿਹੜੀ ਫਾਇਰ ਹੈ ਨਾ ਡਿਜ਼ਾਇਰਸ ਦੀ, ਡਿਜ਼ਾਇਰਸ ਟੂ ਗੈਟ ਸਮਥਿੰਗ, ਸਮ ਪਲੈਜ਼ਰ, ਸਮ ਪੀਸ ਫਰੋਮ ਆਊਟਸਾਈਡ ਥਿੰਗਸ, ਉਹ ਸਾਨੂੰ ਖਰਾਬ ਕਰਦੀ ਹੈ, ਸਾਨੂੰ ਅੰਨ੍ਹਿਆ ਕਰ ਦਿੰਦੀ ਹੈ। ਕਿਜ ਨਾ ਬੁੱਝੈ ਕਿਜ ਨਾ ਸੁਝੈ, ਵੀ ਗੈਟ ਬਲਾਈਂਡਡ ਵਿਦ ਦੋਜ਼ ਡਿਜ਼ਾਇਰਸ। ਉਹ ਜਿਹੜੀ ਗਰੀਡ ਅੰਦਰ ਪੈਦਾ ਕਰਦੀ ਹੈ, ਉਹਦੇ ਨਾਲ ਵਾਈਸਿਸ ਕ੍ਰੀਏਟ ਹੁੰਦੇ ਨੇ, ਅੰਦਰ ਲਾਲਚ ਆਉਂਦਾ। ਅਤੇ ਲਾਲਚ ਨੂੰ, ਲੋਭ ਨੂੰ, ਤ੍ਰਿਸ਼ਨਾ ਨੂੰ ਗੁਰਬਾਣੀ ਨੇ ਬੜਾ ਕਲੀਅਰਲੀ ਡਿਫਾਈਨ ਕੀਤਾ ਕਿ ਤੁਸੀਂ ਅੱਗ ਦੇਖੀਏ, ਬਾਹਰਲੀ ਅੱਗ ਦਾ, ਆਊਟਰ ਫਾਇਰ, ਵਾਟ ਇਟ ਡਜ਼, ਉਹਦਾ ਭੋਜਨ ਕੀ, ਉਹਦਾ ਫੂਡ ਕੀ ਹੈ, ਫਿਊਲ। ਬਾਲਣ ਜਿਹੜਾ ਹੁੰਦਾ ਨਾ, ਉਹ ਅੱਗ ਦਾ ਭੋਜਨ ਹੈ, ਅਤੇ ਉਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਬਾਲਣ ਪਾਈ ਜਾਓ। ਅੱਗ ਆਫ ਫਾਇਰ ਨੈਵਰ ਸੇਜ਼ ਓਕੇ ਆਈ ਐਮ ਸੈਟਿਸਫਾਈਡ ਨਾਓ, ਨੋ ਮੋਰ ਫਿਊਲ ਪਲੀਜ਼। ਤੁਸੀਂ ਭਾਵੇਂ ਉਹ 'ਚ ਗੈਸ ਪਾਓ, ਭਾਵੇਂ ਪੈਟਰੋਲ ਪਾਓ, ਭਾਵੇਂ ਡੀਜ਼ਲ ਔਰ ਵੂਡ ਔਰ ਕੋਲ, ਵਾਟ ਐਵਰ ਯੂ ਥਰੋ ਇਟ ਟੂ ਇਟ, ਇਟ ਵਿਲ ਇਨਗਲਫ ਇਟ, ਉਹਨੂੰ ਖਾ ਜਾਏਗੀ। ਅੱਗ ਭੜਕਦੀ ਹੈ ਹੋਰ ਬਾਲਣ ਦੇ ਨਾਲ। ਬਸ ਇਹੀ ਕ੍ਰਾਈਟੀਰੀਆ ਹੈ, ਇਹੀ ਨਿਸ਼ਾਨੀ ਹੈ ਉਸ ਡਿਜ਼ਾਇਰ ਦੀ, ਉਸ ਲਾਲਚ ਦੀ, ਉਸ ਗਰੀਡ ਦੀ, ਜਿਹੜੀ ਸਾਡੇ ਅੰਦਰ ਅੱਗ ਹੈ, ਉਹ ਦੁਨਿਆਵੀ ਅੱਗ। ਉਹ ਕੀ ਕਰਦੀ ਹੈ ਕਿ ਮੈਨੂੰ ਲੱਗਦਾ ਓਕੇ ਆਈ ਵਿਲ ਗੈਟ ਦਿਸ ਮਚ ਅਮਾਊਂਟ ਆਫ ਮਨੀ ਐਂਡ ਆਈ ਵਿਲ ਬੀ ਹੈਪੀ, ਔਰ ਆਈ ਵਿਲ ਅਚੀਵ ਦਿਸ ਟਾਰਗੇਟ, ਔਰ ਸਭ ਕੁਛ ਠੀਕ ਹੋ ਜਾਏਗਾ।
ਮੈਨੂੰ ਇਹ ਮਿਲ ਜਾਏਗਾ ਤੇ ਸਭ ਕੁਝ ਆਨੰਦ ਹੋ ਜਾਏਗਾ, ਖਰੇ ਮੈਂ ਕੈਨੇਡਾ ਪਹੁੰਚ ਜਾਵਾਂਗਾ ਤੇ ਮੇਰੀ ਜ਼ਿੰਦਗੀ ਬਹੁਤ ਸੋਹਣੀ ਹੋ ਜਾਏਗੀ। ਐਸਾ ਹੋ ਰਿਹਾ ਨਾ ਆਲੇ ਦੁਆਲੇ ਸਾਰੇ ਪਾਸੇ, ਮੇਰੇ ਕੋਲ ਇੰਨਾ ਪੈਸਾ ਆ ਜਾਏਗਾ। ਇਹ ਅੱਗ ਹੈ। ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਕਦੀ ਅੱਗ ਬਾਲਣ ਨਾਲ ਨਹੀਂ ਰੱਜਦੀ। ਇਸੇ ਤਰ੍ਹਾਂ ਆਊਟਰ ਅਕੰਪਲਿਸ਼ਮੈਂਟਸ, ਆਊਟਰ ਥਿੰਗਸ, ਆਊਟਰ ਮਨੀ, ਬਾਹਰੋਂ ਇੰਨੀ ਜੈ ਜੈਕਾਰ ਹੋ ਜਾਏ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੁਝ। ਯੂ ਮੇ ਕਲੈਕਟ ਆਲ ਕਾਈਂਡ ਆਫ ਥਿੰਗਸ, ਹੋਲ ਵਰਲਡ ਤੁਸੀਂ ਕਲੈਕਟ ਕਰ ਲਓਗੇ, ਬਟ ਦੈਟ ਫਾਇਰ ਯੂ ਕਾਂਟ ਸੈਟਿਸਫਾਈ ਦੈਟ ਫਾਇਰ ਵਿਦਿਨ। ਉਹ ਕਿਹਦੇ ਨਾਲ ਹੁੰਦੀ ਹੈ? ਸਾਈਂ ਮੇਰਾ ਚੰਗਾ ਕੀਤਾ, ਨਾ ਹੀ ਤਾਂ ਹਮ ਵੀ ਦੱਜਾਇਆ ਹੈ। ਦ ਓਨਲੀ ਵੇ ਇਜ਼ ਥਰੂ ਇੰਟਰਨਲਾਈਜ਼ਿੰਗ ਦ ਵਰਡ ਆਫ ਯੋਰ ਗੁਰੂ। ਗੁਰੂ ਦੇ ਗਿਆਨ ਨੂੰ ਜਦੋਂ ਅਸੀਂ ਇੰਟਰਨਲਾਈਜ਼ ਕਰੀਏ, ਗੁਰੂ ਦਾ ਗਿਆਨ, ਉਹ ਨਾਮ, ਉਹ ਪ੍ਰਮਾਤਮਾ ਦੇ ਰੱਬੀ ਗੁਣ, ਤ੍ਰਿਸ਼ਨਾ ਬੁੱਝੈ ਹਰਿ ਕੈ ਨਾਮ, ਜਿਹੜਾ ਗੁਰੂ ਦੇ ਗਿਆਨ ਰਾਹੀਂ ਆਉਂਦਾ, ਜਦੋਂ ਉਹ ਸਮਝ ਪੈਂਦੀ ਹੈ ਕਿ ਨਹੀਂ ਮੈਂ ਕੰਟੈਂਟਮੈਂਟ ਵਿੱਚ, ਮੈਂ ਸਬਰ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਣਾ, ਜਦੋਂ ਉਹ ਚੀਜ਼ ਸਾਡੇ ਅੰਦਰ ਆ ਜਾਂਦੀ ਹੈ, ਫਿਰ ਅਸੀਂ ਉਸ ਅੱਗ ਤੋਂ ਬਚਣਾ ਸ਼ੁਰੂ ਕਰਦੇ ਹਾਂ। ਇਹ ਅੱਗ ਜਿਹੜੀ ਹੈ ਬਾਹਰ ਦੀ ਜਾਂ ਅੰਦਰ ਦੀ, ਉਹ ਕਦੀ ਵੀ ਬਾਹਰਲੀਆਂ ਚੀਜ਼ਾਂ ਨਾਲ ਨਹੀਂ ਬੁਝਦੀ, ਉਹ ਸਿਰਫ ਆਪਣੇ ਅੰਦਰੋਂ ਹੀ ਬੁਝਦੀ ਹੈ। ਅਤੇ ਜਿਸ ਦਿਨ ਉਹ ਅੱਗ ਬੁਝਦੀ ਹੈ, ਉਸ ਦਿਨ ਹੀ ਤ੍ਰਿਸ਼ਨਾ ਬੁੱਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ। ਗੁਰੂ ਦੇ ਬਚਨਾਂ ਦੇ ਨਾਲ ਸੰਤੋਖ ਹੁੰਦਾ ਹੈ, ਉਹ ਸੈਟਿਸਫੈਕਸ਼ਨ, ਉਹ ਕੰਟੈਂਟਮੈਂਟ ਵਿੱਚ ਜਦੋਂ ਅਸੀਂ ਜਿਉਣਾ ਸ਼ੁਰੂ ਕਰ ਦਿੰਦੇ ਹਾਂ, ਵੈਨ ਵੀ ਸਟਾਰਟ ਲਿਵਿੰਗ ਇਨ ਦੈਟ ਕੰਟੈਂਟਮੈਂਟ, ਦੈਟ ਸੈਟਿਸਫੈਕਸ਼ਨ ਵਿਚ ਕਮਸ ਥਰੂ ਡਿਵਾਈਨ ਵਿਜ਼ਡਮ, ਫਿਰ ਸਾਡੀ ਲਾਈਫ ਦੇ ਵਿੱਚ ਖੁਸ਼ਹਾਲੀ, ਸੁੱਖ ਐਂਡ ਇਟਰਨਲ ਪੀਸ ਆਉਂਦਾ ਹੈ।